ਹੈਲੋ ਸਟੂਡੈਂਟਸ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਜੀ ਸੁਖੇਜਾ ਟਿਊਸ਼ਨਸ ਦੇ ਵਿੱਚ। ਕਿਵੇਂ ਹੋ ਬੱਚੇ? ਤੁਸੀਂ ਸਾਰੇ ਠੀਕ ਹੋ? ਸਭ ਤੋਂ ਪਹਿਲੀ ਗੱਲ ਸਟੂਡੈਂਟਸ, ਸਾਰੇ ਸਟੂਡੈਂਟਸ ਟਾਈਮ ਨਾਲ ਕਲਾਸ ਦੇ ਵਿੱਚ ਆ ਜਾਇਆ ਕਰੋ, ਕੁਝ ਵੀ ਨਾ ਛੱਡਿਆ ਕਰੋ ਸਟੂਡੈਂਟਸ। ਸਾਰੇ ਲੈਕਚਰ ਨੂੰ ਬਹੁਤ ਹੀ ਧਿਆਨ ਦੇ ਨਾਲ ਲਗਾਇਆ ਕਰੋ। ਇੱਕ ਸਟੂਡੈਂਟ ਮੈਨੂੰ ਮੈਸੇਜ ਕਰ ਰਿਹਾ ਹੈ ਕਿ ਮੈਮ ਤੁਸੀਂ ਨਾਮ ਵੀ ਦੱਸਿਆ ਕਰੋ ਜੀ ਟੌਪਿਕ ਦਾ। ਬੱਚੇ ਆਪਾਂ ਹਰ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਨਾਮ ਤਾਂ ਆਪਾਂ ਦੱਸਦੇ ਹੀ ਆ। ਤੁਹਾਡਾ ਮੈਸੇਜ ਅੱਛੀ ਤਰ੍ਹਾਂ ਮੈਨੂੰ ਸਮਝ ਨਹੀਂ ਆਇਆ, ਇਸ ਕਲਾਸ ਦੇ ਵਿੱਚ ਦੁਬਾਰਾ ਕਮੈਂਟ ਕਰੋ ਤਾਂ ਕਿ ਮੈਂ ਤੁਹਾਡਾ ਆਨਸਰ ਦੇ ਪਾਵਾਂ ਜੀ। ਠੀਕ ਹੈ, ਆਪਾਂ ਕਿਹੜਾ ਸਬਜੈਕਟ ਕਰ ਰਹੇ ਹਾਂ ਐਨਟੀਟੀ ਦਾ? ਪੋਲਿਸੀਜ਼ ਐਂਡ ਪ੍ਰੋਗਰਾਮਸ। ਕਿਹੜੀਆਂ ਪੋਲਿਸੀਜ਼ ਤੇ ਕਿਹੜੇ ਪ੍ਰੋਗਰਾਮ ਰਿਲੇਟਿਡ ਹੈ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਨਾਲ, ਉਹ ਕਰਵਾ ਰਹੀ ਹਾਂ ਮੈਂ ਤੁਹਾਨੂੰ। ਉਹ ਸਬਜੈਕਟ ਆਪਾਂ ਪੜ੍ਹ ਰਹੇ ਹਾਂ। ਠੀਕ ਹੈ, ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਨਾਲ ਕਿਹੜੀਆਂ ਪੋਲਿਸੀਜ਼ ਤੇ ਕਿਹੜੇ ਪ੍ਰੋਗਰਾਮਸ ਰਿਲੇਟਿਡ ਹੈ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਨਾਲ, ਉਹ ਮੈਂ ਤੁਹਾਨੂੰ ਕਰਵਾ ਰਹੀ ਹਾਂ। ਠੀਕ ਹੈ, ਪਹਿਲਾਂ ਇਹਦੀ ਜਿਹੜੀ ਡਿਵੈਲਪਮੈਂਟ ਹੋਈ ਸੀਗੀ ਉਹ ਕਿੱਥੇ ਹੋਈ ਸੀ? ਵੈਸਟ ਦੇ ਵਿੱਚ ਹੋਈ ਸੀਗੀ। ਠੀਕ ਹੈ, ਜਿਹਦੇ ਵਿੱਚ ਕੀ ਆਪਾਂ ਨੇ ਕੋਮਨੀਅਸ, ਓਵੇਨ, ਫਰੋਵਿਲ, ਠੀਕ ਹੈ, ਮੈਕਮਿਲਨ, ਮਾਰੀਆ ਮੋਂਟੇਸਰੀ, ਇਹ ਸਾਰਾ ਕੁਝ ਆਪਾਂ ਨੇ ਪੜ੍ਹਿਆ ਸੀਗਾ ਜੀ। ਫਿਰ ਆਪਣੀ ਇੰਡੀਆ ਦੇ ਵਿੱਚ ਕਿਵੇਂ ਡਿਵੈਲਪਮੈਂਟ ਹੋਈ, ਠੀਕ ਹੈ, ਉਹ ਪੜ੍ਹਿਆ ਸੀ ਆਪਾਂ ਨੇ। ਮਾਰੀਆ ਮੋਂਟੇਸਰੀ ਇੰਡੀਆ ਦੇ ਵਿੱਚ ਆਏ ਸੀ। ਠੀਕ ਹੈ, ਫਿਰ ਇੱਕ ਕਮਿਸ਼ਨ ਬਾਰੇ ਆਪਾਂ ਨੇ ਪੜ੍ਹਿਆ ਸੀਗਾ। ਫਿਰ ਉਸ ਤੋਂ ਬਾਅਦ ਆਪਾਂ ਨੇ ਕੀ ਕੀਤਾ? ਪੋਲਿਸੀਜ਼ ਐਂਡ ਪ੍ਰੋਗਰਾਮਸ ਜੋ ਕਿ ਪੰਜਾਬ ਦੇ ਵਿੱਚ, ਠੀਕ ਹੈ, ਜਾਂ ਇੰਡੀਆ ਦੇ ਵਿੱਚ ਪਰਟੀਕੂਲਰਲੀ ਤੌਰ ਤੇ ਹੋਈਆਂ ਸੀ, ਉਹ ਚੀਜ਼ਾਂ ਫਿਰ ਆਪਾਂ ਨੇ ਸ਼ੁਰੂ ਕੀਤੀਆਂ ਨੇ। ਠੀਕ ਹੈ, ਇਸ ਤੋਂ ਪਹਿਲਾਂ ਜੋ ਆਪਾਂ ਕਰ ਰਹੇ ਸੀਗੇ ਉਹ ਕਰ ਰਹੇ ਸੀ ਆਪਾਂ ਸੈਕੰਡਰੀ ਸਿੱਖਿਆ ਕਮਿਸ਼ਨ। ਠੀਕ ਹੈ, ਸੈਕੰਡਰੀ ਸਿੱਖਿਆ ਕਮਿਸ਼ਨ ਬਾਰੇ ਆਪਾਂ ਪੜ੍ਹ ਰਹੇ ਸੀਗੇ, ਜੋ ਕਿ ਇਸ ਲੈਕਚਰ ਤੋਂ ਪਹਿਲਾਂ ਕੀਤਾ ਸੀ। ਹਲੇ ਉਹਦਾ ਥੋੜਾ ਜਿਹਾ ਕੰਮ ਪੈਂਡਿੰਗ ਹੈ, ਉਹਨੂੰ ਆਪਾਂ ਬਾਅਦ ਵਿੱਚ ਕਰਾਂਗੇ। ਠੀਕ ਹੈ, ਮਤਲਬ ਕੋਠਾਰੀ ਕਮਿਸ਼ਨ ਦੇ ਖਤਮ ਹੋਣ ਤੋਂ ਬਾਅਦ ਦੋਨਾਂ ਦੇ ਇਕੱਠੇ ਹੀ ਆਪਾਂ ਕਿਊਜ਼ ਕਰਾਂਗੇ, ਇਕੱਠਾ ਹੀ ਸਾਰਾ ਕੁਝ ਕਰਾਂਗੇ। ਹੁਣ ਆਪਾਂ ਸ਼ੁਰੂ ਕਰ ਰਹੇ ਹਾਂ ਜੀ ਕੋਠਾਰੀ ਕਮਿਸ਼ਨ। ਕੋਠਾਰੀ ਕਮਿਸ਼ਨ 1964-1966। ਠੀਕ ਹੈ, ਕੋਠਾਰੀ ਕਮਿਸ਼ਨ ਨੇ ਕੀ ਕੀਤਾ ਸੀ? ਠੀਕ ਹੈ, ਪਹਿਲਾਂ ਇਹਦੇ ਬਾਰੇ ਪੜ੍ਹੋ। ਇਹਦੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਕੀ ਯੋਗਦਾਨ ਸੀ ਉਹ ਮੈਂ ਤੁਹਾਨੂੰ ਦੱਸੂਗੀ। ਪਹਿਲਾਂ ਕੋਠਾਰੀ ਕਮਿਸ਼ਨ ਕੀ ਸੀ, ਕਿਹਨੇ ਨਿਯੁਕਤ ਕੀਤਾ ਸੀ, ਉਹਦੇ ਬਾਰੇ ਤੁਸੀਂ ਜਾਣੋ। ਠੀਕ ਹੈ, ਇਹਨੇ ਕੀ ਕੀ ਕੰਮ ਕੀਤਾ ਸੀ, ਕਿਵੇਂ ਕਿਵੇਂ ਸਾਰਾ ਕੁਝ ਹੋਇਆ ਸੀ। ਠੀਕ ਹੈ ਜੀ। ਕਿਰਨ ਜੀ, ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਈ, ਤੁਸੀਂ ਕੀ ਪੁੱਛਣਾ ਚਾਹ ਰਹੇ ਹੋ? ਪਲੀਜ਼ ਇਸ ਵੀਡੀਓ 'ਚ ਤੁਸੀਂ ਦੁਬਾਰਾ ਕਮੈਂਟ ਕਰੋ ਕਿ ਤੁਹਾਡਾ ਡਾਊਟ ਕਲੀਅਰ ਹੋ ਗਿਆ ਹੈ। ਅਗਰ ਡਾਊਟ ਕਲੀਅਰ ਨਹੀਂ ਹੋਇਆ ਤਾਂ ਫਿਰ ਤੁਸੀਂ ਮੇਰੇ ਤੋਂ ਦੁਬਾਰਾ ਪੁੱਛ ਸਕਦੇ ਹੋ, ਦੁਬਾਰਾ ਕਮੈਂਟ ਕਰ ਸਕਦੇ ਹੋ। ਇੱਕ ਬੱਚੇ ਨੇ ਰਿਕੁਐਸਟ ਕੀਤੀ ਹੈ ਕਿ ਮੈਮ WhatsApp ਗਰੁੱਪ ਬਣਾਓ। ਹਾਂਜੀ, ਜ਼ਰੂਰ ਬਣਾਵਾਂਗੇ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਹੋਰ ਵੀ ਲੈਕਚਰ ਸਟਾਰਟ ਹੋਣਗੇ, ਆਪਾਂ WhatsApp ਗਰੁੱਪ ਵੀ ਬਣਾਵਾਂਗੇ। ਹਲੇ ਅਸੀਂ ਤੁਹਾਡੀ ਸੀਰੀਅਸਨੈਸ ਦੇਖ ਰਹੇ ਹਾਂ ਕਿ ਤੁਸੀਂ ਕਿੰਨੀ ਸੀਰੀਅਸਲੀ ਕਲਾਸਿਸ ਲਗਾ ਰਹੇ ਹੋ। ਦੇਖੋ, ਇਹ ਫ੍ਰੀ ਕੰਟੈਂਟ ਤੁਹਾਨੂੰ ਦਿੱਤਾ ਜਾ ਰਿਹਾ ਹੈ। ਠੀਕ ਹੈ, ਕਿਹੜਾ ਬੱਚਾ ਸੀਰੀਅਸਲੀ ਪੜ੍ਹ ਰਿਹਾ ਹੈ, ਹਲੇ ਅਸੀਂ ਸਿਰਫ ਉਹ ਚੈੱਕ ਕਰ ਰਹੇ ਹਾਂ, ਕਿਉਂਕਿ ਹਰ ਲੈਕਚਰ ਦੇ ਪਿੱਛੇ ਬਹੁਤ ਜ਼ਿਆਦਾ ਅਸੀਂ ਹਾਰਡ ਵਰਕ ਕਰ ਰਹੇ ਹਾਂ ਤੁਹਾਡੇ ਲਈ। ਠੀਕ ਹੈ ਜੀ। ਹੁਣ ਜਿਹੜੇ ਸਟੂਡੈਂਟਸ ਪਟਵਾਰੀ ਦਾ ਐਗਜ਼ਾਮ ਦੇ ਕੇ ਆਏ ਹੋਣਗੇ, ਠੀਕ ਹੈ, ਜਿਨ੍ਹਾਂ ਨੇ ਮੇਰੇ ਤੋਂ ਰੀਜ਼ਨਿੰਗ ਪੜ੍ਹੀ ਹੈ, ਸੁਖੇਜਾ ਟਿਊਸ਼ਨਸ ਤੋਂ ਰੀਜ਼ਨਿੰਗ ਕੀਤੀ ਹੈ, 6 ਕੁਐਸਚਨ ਰੀਜ਼ਨਿੰਗ ਦੇ ਆਏ ਤੇ 6 ਦੇ 6 ਕੁਐਸਚਨ ਮੈਨੇ WhatsApp ਗਰੁੱਪ ਦੇ ਵਿੱਚ ਪਾ ਦਿੱਤੇ ਨੇ ਵਿਦ ਪ੍ਰੂਫ। 6 ਦੇ 6 ਕੁਐਸਚਨ ਤੁਹਾਨੂੰ ਕਲਾਸਿਸ ਦੇ ਵਿੱਚ ਕਰਵਾਏ ਗਏ ਸੀ। ਜਿਹਨੇ ਮੇਰੀਆਂ 50 ਵੀਡੀਓਜ਼ ਦੇਖੀਆਂ ਨੇ, ਠੀਕ ਹੈ, 6 ਦੇ 6 ਕੁਐਸਚਨ ਉਹਨਾਂ ਦੇ ਵਿੱਚੋਂ ਸੇਮ ਡਿਟੋ ਆਏ ਹੋਏ ਨੇ। ਠੀਕ ਹੈ, ਤਾਂ ਆਪਣੀਆਂ ਕਲਾਸਿਸ ਰੈਗੂਲਰ ਲਗਾਉਂਦੇ ਰਹੋ। WhatsApp ਗਰੁੱਪ ਵੀ ਜਲਦੀ ਹੀ ਬਣਾ ਲਾਂਗੇ। ਦੇਖੋ ਜੀ, ਸਭ ਤੋਂ ਪਹਿਲਾਂ ਕਠੋਰੀ ਕਮਿਸ਼ਨ। ਠੀਕ ਹੈ, ਕਠੋਰੀ ਕਮਿਸ਼ਨ ਕਦੋਂ ਆਈ? 1964-66 ਦੇ ਵਿੱਚ। ਕਠੋਰੀ ਕਮਿਸ਼ਨ ਦੀ ਨਿਯੁਕਤੀ, ਕਠੋਰੀ ਕਮਿਸ਼ਨ ਦੀ ਨਿਯੁਕਤੀ, ਇਹਨਾਂ ਦਾ ਕੀ ਯੋਗਦਾਨ ਰਿਹਾ, ਕੀ ਕੰਟਰੀਬਿਊਸ਼ਨ ਰਿਹਾ, ਉਹ ਮੈਂ ਸਾਰਾ ਦੱਸੂਗੀ। ਪਹਿਲਾਂ ਤੁਸੀਂ ਇਸ ਕਮਿਸ਼ਨ ਬਾਰੇ ਪੜ੍ਹੋ ਇੱਕ ਵਾਰ। ਕਠੋਰੀ ਕਮਿਸ਼ਨ ਦੀ ਨਿਯੁਕਤੀ ਭਾਰਤ ਸਰਕਾਰ ਦੁਆਰਾ ਭਾਰਤੀ ਸਿੱਖਿਆ ਖੇਤਰ ਨੂੰ ਸੁਧਾਰਨ ਲਈ ਕੀਤੀ ਗਈ ਸੀ। ਕਠੋਰੀ ਕਮਿਸ਼ਨ ਦੀ ਨਿਯੁਕਤੀ ਕਿਉਂ ਕੀਤੀ ਗਈ ਸੀ? ਭਾਰਤ ਸਰਕਾਰ ਦੁਆਰਾ ਭਾਰਤੀ ਸਿੱਖਿਆ ਖੇਤਰ ਨੂੰ ਸੁਧਾਰਨ ਲਈ ਕੀਤੀ ਗਈ ਸੀ। ਇਸ ਤੋਂ ਪਹਿਲਾਂ ਕਿਹੜੀ ਕਮਿਸ਼ਨ ਸੀ? ਇੱਕ CABE। ਠੀਕ ਹੈ, ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ। ਇਹਦੇ ਬਾਰੇ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਸਾਰਾ ਪੜ੍ਹਾਇਆ ਹੈ। ਠੀਕ ਹੈ, ਹੁਣ ਕਠੋਰੀ ਕਮਿਸ਼ਨ ਦੀ ਨਿਯੁਕਤੀ ਵੀ ਭਾਰਤ ਸਰਕਾਰ ਦੁਆਰਾ ਭਾਰਤੀ ਸਿੱਖਿਆ ਖੇਤਰ ਨੂੰ ਸੁਧਾਰਨ ਲਈ ਕੀਤੀ ਗਈ ਸੀ। ਕਠੋਰੀ ਕਮਿਸ਼ਨ ਬਾਰੇ ਮਹੱਤਵਪੂਰਨ ਤੱਤ, ਇਸ ਦੇ ਉਦੇਸ਼ ਅਤੇ 29 ਜੂਨ
1966 ਨੂੰ ਪੇਸ਼ ਕੀਤੀਆਂ ਮਹੱਤਵਪੂਰਨ ਸਿਫਾਰਸ਼ਾਂ। ਠੀਕ ਹੈ, ਕਠੋਰੀ ਕਮਿਸ਼ਨ ਬਾਰੇ ਕੀ ਇੰਪੋਰਟੈਂਟ ਹੈ? ਇੱਕ ਤਾਂ ਜਿਹੜੇ ਇਹਦੇ ਤੱਤ ਹੈ ਉਹ ਇੰਪੋਰਟੈਂਟ ਹੈ, ਜਿਹੜੇ ਇਹਦੇ ਉਦੇਸ਼ ਹੈ ਉਹ ਇੰਪੋਰਟੈਂਟ ਹੈ। ਠੀਕ ਹੈ, ਇੱਕ ਜਿਹੜੀ 29 ਜੂਨ 1966 ਨੂੰ ਪੇਸ਼ ਕੀਤੀਆਂ ਗਈਆਂ ਇਹਦੀਆਂ ਸਿਫਾਰਸ਼ਾਂ ਸੀ ਉਹ ਬਹੁਤ ਮਹੱਤਵਪੂਰਨ ਹੈ। ਉਹ ਮੈਂ ਸਾਰਾ ਆਉਣ ਵਾਲੇ ਲੈਕਚਰ ਦੇ ਵਿੱਚ ਤੁਹਾਨੂੰ ਕਰਵਾਉਂਗੀ। ਠੀਕ ਹੈ, आओ जी। कठोरी कमीशन भारत सरकार द्वारा स्थापित एक एंड हाक कमीशन सी। ठीक है, कठोरी कमीशन की है भारत सरकार द्वारा स्थापित की गई सी एक एड होक। ठीक है, एड होक कमीशन सी। ठीक है, कठोरी कमीशन 14 जुलाई 1964 ਨੂੰ बनाया गया सी। कदों बनाया गया सी जी? 1964 ਨੂੰ। 29 ਜੂਨ 1966 ਨੂੰ ਕਠੋਰੀ ਕਮਿਸ਼ਨ ਨੂੰ ਭੰਗ ਕਰ ਦਿੱਤਾ ਗਿਆ ਸੀ। ਐਡਹੋਕ ਮਤਲਬ ਕੀ ਹੁੰਦਾ ਸਟੂਡੈਂਟਸ? ਐਡਹੋਕ ਮਤਲਬ ਜਿਵੇਂ ਸਪੋਜ਼ ਕਰੋ ਕੋਈ ਰੈਗੂਲਰ ਟੀਚਰ ਹੈ, ਠੀਕ ਹੈ, ਉਹ ਆਪਣੀ ਜੋਬ ਤੋਂ ਚਲੇ ਗਏ, ਠੀਕ ਹੈ, ਜਾਂ ਰਿਟਾਇਰਮੈਂਟ ਹੋ ਗਈ, ਜਾਂ ਫਿਰ ਤੁਸੀਂ ਲਗਾ ਲਓ ਕਿ ਕਿਸੇ ਰੀਜ਼ਨ ਕਰਕੇ ਉਹ ਆਪਣੀ ਨੌਕਰੀ ਛੱਡ ਗਏ। ਠੀਕ ਹੈ, ਫਿਰ ਹੁਣ ਉਹਨਾਂ ਦੀ ਜਿਹੜੀ ਪੋਸਟ ਹੈ ਉਹ ਖਾਲੀ ਪਈ ਹੈ। ਠੀਕ ਹੈ, ਆਪਾਂ ਨੂੰ ਸਰ ਰਿਹਾ ਨਹੀਂ ਉਹ ਟੀਚਰ ਬਿਨਾਂ, ਤਾਂ ਆਪਾਂ ਕੀ ਕਰਾਂਗੇ? ਜਦੋਂ ਤੱਕ ਰੈਗੂਲਰ ਉਹਦੀ ਰਿਕਰੂਟਮੈਂਟ ਨਹੀਂ ਆਊਗੀ ਆਪਾਂ ਐਡਹੋਕ ਬੇਸਿਸ ਤੇ ਰੱਖ ਲਾਂਗੇ। ਠੀਕ ਹੈ, ਮਤਲਬ 1 ਸਾਲ ਦੇ ਕੰਟਰੈਕਟ ਜਾਂ ਕੰਟਰੈਕਟ ਕਹਿ ਲਓ, ਠੀਕ ਹੈ, 1 ਸਾਲ ਦੇ 2 ਸਾਲ ਤੇ। ਤਾਂ ਕਠੋਰੀ ਕਮਿਸ਼ਨ ਵੀ ਇੱਕ ਐਡਹੋਕ ਕਮਿਸ਼ਨ ਸੀ। ਠੀਕ ਹੈ, कठोरी कमीशन भी भारत सरकार द्वारा स्थापित एक एडहोक कमीशन सीगी जिहड़ी कि 14 जुलाई 1964 ਨੂੰ बनाया गया सी ते 29 जून 1966 ਨੂੰ भंग कर दिता गया सी। दौलत सिंह कठोरी ਦੀ ਪ੍ਰਧਾਨਗੀ ਹੇਠ बनाई गई सी। ठीक है, किहदी ਪ੍ਰਧਾਨਗੀ ਹੇਠ बनाई गई सी जी? दौलत सिंह कठोरी। ਉਹ यूनिवर्सिटी ग्रांट्स कमीशन UGC ਦੇ ਉਸ ਸਮੇਂ ਦੇ ਚੇਅਰਮੈਨ ਸੀ। ठीक है, ਹੁਣ ਇਹ ਪੁੱਛ ਸਕਦੇ ਆ ਕਿ ਕਿਹਦੀ ਪ੍ਰਧਾਨਗੀ ਹੇਠ ਬਣਾਈ ਗਈ ਸੀ? ਦੌਲਤ ਸਿੰਘ ਕਠੋਰੀ ਦੀ। ਠੀਕ ਹੈ, ਉਸ ਸਮੇਂ ਦੇ ਵਿੱਚ ਉਹ UGC ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਠੀਕ ਹੈ, ਦੇ ਚੇਅਰਮੈਨ ਸੀਗੇ। ਕਲੀਅਰ ਹੈ? ਕਠੋਰੀ ਕਮਿਸ਼ਨ ਬੱਚੇ ਭਾਰਤ ਸਰਕਾਰ ਦੁਆਰਾ ਸਥਾਪਿਤ ਕੀਤੀ ਗਈ ਸੀ। ਇਹ ਇੱਕ ਐਡਹੋਕ ਕਮਿਸ਼ਨ ਸੀ। ਕਠੋਰੀ ਕਮਿਸ਼ਨ ਨੂੰ ਕਦੋਂ ਬਣਾਇਆ ਗਿਆ ਸੀ? 14 ਜੁਲਾਈ 1964 ਨੂੰ ਬਣਾਇਆ ਗਿਆ ਸੀ। ਇਹਨੂੰ ਫਿਰ 29 ਜੂਨ 1966 ਨੂੰ ਭੰਗ ਕਰ ਦਿੱਤਾ ਗਿਆ ਸੀ। ਦੌਲਤ ਸਿੰਘ ਕਠੋਰੀ ਦੀ ਪ੍ਰਧਾਨਗੀ ਹੇਠ ਇਹ ਬਣਾਈ ਗਈ ਸੀ। ਉਹ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਉਸ ਸਮੇਂ ਦੇ ਚੇਅਰਮੈਨ ਸਨ। ਕਲੀਅਰ ਹੈ ਇੰਨੀ ਗੱਲ? ਨੈਕਸਟ ਆ ਜਾਓ ਜੀ। ਕਠੋਰੀ ਕਮਿਸ਼ਨ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ 6ਵਾਂ ਕਮਿਸ਼ਨ ਸੀ, ਪਰ ਇਹ ਭਾਰਤ ਦੇ ਸਿੱਖਿਆ ਖੇਤਰ ਨਾਲ ਵਿਆਪਕ ਤੌਰ ਉੱਤੇ ਨਜਿੱਠਣ ਲਈ ਜ਼ਰੂਰੀ ਪਹਿਲਾ ਕਮਿਸ਼ਨ ਸੀ। ਠੀਕ ਹੈ, ਇੰਡੀਪੈਂਡੈਂਸ ਤੋਂ ਬਾਅਦ ਜਿਹੜਾ ਕਠੋਰੀ ਕਮਿਸ਼ਨ ਸੀਗਾ ਉਹ ਭਾਰਤ ਵਿੱਚ 6th ਨੰਬਰ ਤੇ ਸੀਗਾ। ਠੀਕ ਹੈ, ਕਠੋਰੀ ਕਮਿਸ਼ਨ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ 6ਵਾਂ ਕਮਿਸ਼ਨ ਸੀਗਾ, ਪਰ ਇਹ ਭਾਰਤ ਦੇ ਸਿੱਖਿਆ ਖੇਤਰ ਦੇ ਨਾਲ ਵਿਆਪਕ ਤੌਰ ਉੱਤੇ ਨਜਿੱਠਣ ਲਈ ਜ਼ਰੂਰੀ ਪਹਿਲਾ ਕਮਿਸ਼ਨ ਸੀ। ਠੀਕ ਹੈ, ਮਤਲਬ ਇੰਡੀਆ ਦੇ ਵਿੱਚ ਇਹ ਐਜੂਕੇਸ਼ਨ ਦੇ ਸੈਕਟਰ ਦੇ ਵਿੱਚ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਲਈ ਵਿਆਪਕ ਤੌਰ ਤੇ ਨਜਿੱਠਣ ਲਈ ਜ਼ਰੂਰੀ ਪਹਿਲਾ ਕਮਿਸ਼ਨ ਸੀ। ਠੀਕ ਹੈ, ਕਠੋਰੀ ਕਮਿਸ਼ਨ ਦਾ 20 ਮੈਂਬਰਾਂ ਦਾ ਕੋਰ ਗਰੁੱਪ ਸੀ। ਕਿੰਨੇ ਮੈਂਬਰਾਂ ਦਾ ਗਰੁੱਪ ਸੀ? 20 ਮੈਂਬਰਾਂ ਦਾ ਕੋਰ ਗਰੁੱਪ ਸੀ। ਕਮਿਸ਼ਨ ਨੇ 20 ਵਿਦੇਸ਼ੀ ਸਲਾਹਕਾਰਾਂ ਦੇ ਇੱਕ ਪੈਨਲ ਤੋਂ ਸਲਾਹ ਲਈ ਜੋ ਅਮਰੀਕਾ, UK, ਜਾਪਾਨ, ਫਰਾਂਸ, ਸਵੀਡਨ ਤੋਂ ਬਾਹਰ ਸਨ। ਉਹ ਸਿੱਖਿਆ ਖੇਤਰ ਦੇ ਮਾਹਰ ਸਨ। ਠੀਕ ਹੈ, ਮਤਲਬ ਕਠੋਰੀ ਕਮਿਸ਼ਨ ਦਾ 20 ਮੈਂਬਰਾਂ ਦਾ ਕੋਰ ਗਰੁੱਪ ਸੀ। ਕਮਿਸ਼ਨ ਨੇ 20 ਵਿਦੇਸ਼ੀ ਸਲਾਹਕਾਰਾਂ ਦੇ ਇੱਕ ਪੈਨਲ ਤੋਂ ਸਲਾਹ ਲਈ ਜੋ ਅਮਰੀਕਾ, UK, ਜਾਪਾਨ, ਫਰਾਂਸ, ਸਵੀਡਨ ਤੋਂ ਸੀ। ਠੀਕ ਹੈ, ਉਹ ਸਿੱਖਿਆ ਖੇਤਰ ਦੇ ਮਾਹਰ ਸਨ। ਠੀਕ ਹੈ, ਸਵੀਡਨ ਤੋਂ ਮਤਲਬ ਆਏ ਸੀ, ਇਹ ਆਏਗਾ ਇਹਦੇ ਵਿੱਚ। ਕਠੋਰੀ ਕਮਿਸ਼ਨ ਦਾ 20 ਮੈਂਬਰਾਂ ਦਾ ਕੋਰ ਗਰੁੱਪ ਸੀ ਜਿਹੜੇ ਕਿ 20 ਵਿਦੇਸ਼ੀ ਸਲਾਹਕਾਰਾਂ ਦੇ ਇੱਕ ਪੈਨਲ ਤੋਂ ਸਲਾਹ ਲਈ ਵਿਦੇਸ਼ੀ ਸਲਾਹਕਾਰਾਂ ਨੂੰ ਬੁਲਾਇਆ ਗਿਆ ਸੀ ਜੋ ਕਿ ਅਮਰੀਕਾ, UK, ਜਾਪਾਨ, ਫਰਾਂਸ, ਸਵੀਡਨ ਤੋਂ ਆਏ ਸਨ। ਉਹ ਸਿੱਖਿਆ ਖੇਤਰ ਦੇ ਮਾਹਰ ਸਨ। ਉਹ ਕੀ ਸੀ ਜੀ? ਸਿੱਖਿਆ ਖੇਤਰ ਦੇ ਮਾਹਰ ਸਨ। ਕਠੋਰੀ ਕਮਿਸ਼ਨ ਵਿੱਚ 19 ਵਰਕਿੰਗ ਗਰੁੱਪ ਜਾਂ ਟਾਸਕ ਫੋਰਸ ਸਨ। ਠੀਕ ਹੈ, ਕਠੋਰੀ ਕਮਿਸ਼ਨ ਦੇ ਵਿੱਚ ਕੀ ਸੀ ਜੀ? 19 ਵਰਕਿੰਗ ਗਰੁੱਪ ਜਾਂ ਟਾਸਕ ਫੋਰਸ ਸੀ। ਹੁਣ ਤੁਸੀਂ
ਇਹਦੇ ਵਿੱਚੋਂ ਤੇ ਇਸ ਦੇ ਵਿੱਚੋਂ ਕੀ ਯਾਦ ਰੱਖਣਾ ਹੈ? ਕਠੋਰੀ ਕਮਿਸ਼ਨ ਆਜ਼ਾਦੀ ਤੋਂ ਬਾਅਦ ਭਾਰਤ ਵਿੱਚ 6ਵਾਂ ਕਮਿਸ਼ਨ ਸੀ। ਕਿੰਨਵਾਂ ਕਮਿਸ਼ਨ ਸੀ? 6th ਕਮਿਸ਼ਨ ਸੀ। ਅਡਹੋਕ ਕਮਿਸ਼ਨ ਸੀ ਜੋ ਕਿ ਸਿੱਖਿਆ ਖੇਤਰ ਨਾਲ ਵਿਆਪਕ ਤੌਰ ਤੇ ਨਜਿੱਠਣ ਲਈ ਜ਼ਰੂਰੀ ਸੀ। ਠੀਕ ਹੈ, ਇਹਦੇ ਵਿੱਚ ਕਿੰਨੇ ਮੈਂਬਰ ਸੀ? 20 ਮੈਂਬਰਸ ਸੀਗੇ। 20 ਮੈਂਬਰਸ ਦਾ ਗਰੁੱਪ ਸੀ ਜੋ ਕਿ ਫੋਰਨ ਤੋਂ ਆਏ ਸੀ, ਉਹ ਸਿੱਖਿਆ ਖੇਤਰ ਦੇ ਮਾਹਰ ਸਨ। ਠੀਕ ਹੈ, ਕਠੋਰੀ ਕਮਿਸ਼ਨ ਵਿੱਚ ਕੀ ਸੀ ਜੀ? 19 ਵਰਕਿੰਗ ਗਰੁੱਪ ਸੀਗੇ। 19 ਵਰਕਿੰਗ ਗਰੁੱਪ ਜਾਂ ਫਿਰ ਆਪਾਂ ਟਾਸਕ ਫੋਰਸ ਕਹਿ ਲਓ, ਉਹ ਸੀਗੇ। ठीक है, 19 वर्किंग ग्रुप या टास्क फोर्स। क्लियर है? नेक्स्ट चलिए ਆਪਾਂ समझ आ रहे हैं स्टूडेंट्स? अगर वीडियोज़ अच्छियां लगदी हैं तो कमेंट ते लाइक भी ज़रूर करया करो ते शेयर भी करते रहो जी, ताकि होर स्टूडेंट्स भी अपने तक पहुँच सकन, अपने नाल जुड़ सकन। अगे आ जाओ। 21 महीनों के अरसे विच 21 महीनों की कमीशन, इस दे अरसे विच कमीशन ने 9000 लोगों की इंटरव्यू की। ठीक है, जो विद्वानां, सिक्खियाकां अते विग्यानियां वजों काम कर रहे सन। इन्हां ने की कीता जी? अपने टाइम पीरियड च कमीशन ने 9000 लोगों की इंटरव्यू की सी जो कि विद्वानां, ठीक है, सिक्खियाकां अते विग्यानियां वजों काम कर रहे सन। कोठारी कमीशन ने यह रिपोर्ट 29 जून 1966 ਨੂੰ तत्काली सिक्ख्या मंत्री MC ਚਾਗਲਾ ਨੂੰ सौंपी ਸੀਗੀ। ठीक है, ਇਹਨਾਂ ਨੇ 21 ਮਹੀਨਿਆਂ ਦੇ ਅਰਸੇ ਦੇ ਵਿੱਚ ਕੀ ਕੀਤਾ ਜੀ? ਕਮਿਸ਼ਨ ਨੇ 9000 ਲੋਕਾਂ ਦੀ ਇੰਟਰਵਿਊ ਕੀਤੀ ਜੋ ਕਿ ਵਿਦਵਾਨਾਂ, ਸਿੱਖਿਅਕਾਂ ਅਤੇ ਵਿਗਿਆਨੀਆਂ ਵਜੋਂ ਕੀ ਕਰ ਰਹੇ ਸੀ? ਕੰਮ ਕਰ ਰਹੇ ਸਨ। ਕਠੋਰੀ ਕਮਿਸ਼ਨ ਨੇ ਇਹ ਰਿਪੋर्ट 29 ਜੂਨ 1966 29 ਜੂਨ 1966 ਨੂੰ तत्काली सिक्ख्या मंत्री MC ਚਾਗਲਾ ਨੂੰ सौंपी ਸੀਗੀ। क्लियर है जी? नेक्स्ट आ जाओ। कोठारी कमीशन के महत्वपूर्ण उद्देश्य की सी? ठीक है, कोठारी कमीशन के महत्वपूर्ण उद्देश्य की सी? कोठारी कमीशन की स्थापना के पीछे कुछ महत्वपूर्ण उद्देश्य हेठा दिते गए हैं। इनू क्यों स्थापित किया गया? ਇਹਦੇ ਕੀ ਉਦੇਸ਼ ਸੀ? ਕੀ ਮਹੱਤਵਪੂਰਨ ਉਦੇਸ਼ ਸੀਗੇ ਇਹਦੇ? ਉਹ ਆਪਾਂ ਇਸ ਵਿੱਚ ਪੜਾਂਗੇ। ਭਾਰਤ ਵਿੱਚ ਸਿੱਖਿਆ ਦੇ ਵਿਕਾਸ ਲਈ ਨੀਤੀਆਂ ਅਤੇ ਦਿਸ਼ਾ ਨਿਰਦੇਸ਼ ਪ੍ਰਦਾਨ ਕਰਨ ਲਈ ਸਭ ਤੋਂ ਫਸਟ ਕੀ ਇੰਡੀਆ ਦੇ ਵਿੱਚ ਐਜੂਕੇਸ਼ਨ ਦੀ ਡਿਵੈਲਪਮੈਂਟ ਲਈ ਨੀਤੀਆਂ ਨੂੰ, ਪੋਲਿਸੀਜ਼, ਪ੍ਰੋਗਰਾਮਸ ਨੂੰ ਦਿਸ਼ਾ ਨਿਰਦੇਸ਼ ਪ੍ਰਦਾਨ ਕਰਨ ਲਈ, ਡਾਇਰੈਕਸ਼ਨ ਦੇਣ ਲਈ। ਠੀਕ ਹੈ, ਭਾਰਤ ਵਿੱਚ ਸਿੱਖਿਆ ਦੇ ਇੱਕ ਆਮ ਪੈਟਰਨ ਨੂੰ ਲੱਭਣ ਅਤੇ ਵਿਕਸਿਤ ਕਰਨ ਲਈ। ਫਿਰ ਕੀ ਸੀ ਜੀ? ਸਿੱਖਿਆ ਦੇ ਇੱਕ ਆਮ ਪੈਟਰਨ ਨੂੰ ਲੱਭਣ ਅਤੇ ਵਿਕਸਿਤ ਕਰਨ ਲਈ। ਠੀਕ ਹੈ, ਫਿਰ ਜੀ ਭਾਰਤੀ ਸਿੱਖਿਆ ਖੇਤਰ ਦੇ ਹਰ ਪਹਿਲੂ ਦੀ ਜਾਂਚ ਕਰਨ ਲਈ। ਠੀਕ ਹੈ, ਭਾਰਤੀ ਸਿੱਖਿਆ ਖੇਤਰ ਦੇ ਹਰ ਪਹਿਲੂ ਦੀ ਜਾਂਚ ਕਰਨ ਲਈ। ਹਾਲਾਂਕਿ ਕੋਠਾਰੀ ਕਮਿਸ਼ਨ ਦੀ ਸਥਾਪਨਾ ਸਮੁੱਚੇ ਸਿੱਖਿਆ ਖੇਤਰ ਦੀ ਸਮੀਖਿਆ ਕਰਨ ਲਈ ਕੀਤੀ ਗਈ ਸੀ, पर दो महत्वपूर्ण डोमेन इस दे दायरे तो बाहर रह गए सन। वो सन कानूनी सिक्ख्या अते मैडिकल सिक्ख्या। हुण ये भी आ सकता है जी किहड़े दो डोमेन इस दे कोठारी कमीशन के दायरे तो बाहर सीगे? लॉ एजुकेशन एंड मैडिकल एजुकेशन। कानूनी सिक्ख्या ते मैडिकल एजुकेशन। एक बार आपां दुबारा करदे हां जी। कोठारी कमीशन, इहदे महत्वपूर्ण उद्देश्य की सी? कोठारी कमीशन की स्थापना दे पिछे कुछ महत्वपूर्ण उद्देश्य हेठा दिते गए सन। ठीक है, भारत विच सिक्ख्या के विकास लई सब तो पहला कि भारत दे विच सिक्ख्या के विकास लई नीतियां अते दिशा निर्देश प्रदान करन लई। ठीक है, विकास लई नीतियां अते दिशा निर्देश प्रदान करन लई। दूजा, भारत विच सिक्ख्या के एक आम पैटर्न ਨੂੰ ਲੱਭਣ ਅਤੇ ਵਿਕਸਿਤ ਕਰਨ ਲਈ। ਠੀਕ ਹੈ, ਸਿੱਖਿਆ ਦੇ ਇੱਕ ਕੀ ਕਰਨ ਲਈ? ਆਮ ਪੈਟਰਨ ਨੂੰ ਲੱਭਣ ਅਤੇ ਉਹਨੂੰ ਵਿਕਸਿਤ ਕਰਨ ਲਈ। ਫਿਰ ਥਰਡ, ਭਾਰਤੀ ਸਿੱਖਿਆ ਖੇਤਰ ਦੇ ਹਰ ਪਹਿਲੂ ਦੀ ਜਾਂਚ ਕਰਨ ਲਈ। ਭਾਰਤੀ ਸਿੱਖਿਆ ਦੇ ਖੇਤਰ ਦੇ ਵਿੱਚ ਹਰ ਪਹਿਲੂ ਦੀ ਜਾਂਚ ਕਰਨ ਲਈ। ਫਿਰ ਹਾਲਾਂਕਿ ਕੋਠਾਰੀ ਕਮਿਸ਼ਨ ਦੀ ਸਥਾਪਨਾ ਸਮੁੱਚੇ ਸਿੱਖਿਆ ਖੇਤਰ ਦੀ ਸਮੀਖਿਆ ਕਰਨ ਲਈ ਕੀਤੀ ਗਈ ਸੀ। ਜਿਹੜੀ ਕਿ ਕੋਠਾਰੀ ਕਮਿਸ਼ਨ ਦੀ ਸਥਾਪਨਾ ਸੀਗੀ ਉਹ ਕਿਵੇਂ ਕੀਤੀ ਗਈ ਜੀ? ਸਮੁੱਚੇ ਸਿੱਖਿਆ ਖੇਤਰ ਦੀ ਸਮੀਖਿਆ ਕਰਨ ਲਈ ਕੀਤੀ ਗਈ ਸੀ। ਪਰ ਇਹਦੇ ਵਿੱਚ ਕੀ ਹੋਇਆ? ਦੋ ਮਹੱਤਵਪੂਰਨ ਡੋਮੇਨ ਇਸ ਦੇ ਦਾਇਰੇ ਤੋਂ ਬਾਹਰ ਰਹਿ ਗਏ ਸਨ। ਕਿਹੜੇ ਕਿਹੜੇ ਸੀ ਜੀ? ਇੱਕ ਤਾਂ ਕਾਨੂੰਨੀ ਸਿੱਖਿਆ, ਇੱਕ ਸੀ ਕਾਨੂੰਨੀ ਸਿੱਖਿਆ ਅਤੇ ਦੂਜੀ ਸੀ ਜੀ ਮੈਡੀਕਲ ਸਿੱਖਿਆ। ਠੀਕ ਹੈ, ਕਿਹੜੇ ਕਿਹੜੇ ਦੋ ਡੋਮੇਨ ਬਾਹਰ ਰਹਿ ਗਏ ਸੀ?
कानूनी सिक्ख्या ते मैडिकल सिक्ख्या। क्लीयर है स्टूडेंट्स? चलिए आप नैक्सट आओ जी। हुण जिहड़ियां कोठारी कमीशन दीयां 23 सिफारिशां सी आपां उन्हां बारे पढ़ांगे कि की सिफारिशां कोठारी कमीशन ने कीतियां सी। कोठारी कमीशन 23 सिफारिशां, ठीक है। कोठारी कमीशन ने भारत विच सिक्ख्या प्रणाली नूं सुधारन लई 23 सिफारिशां दित्तियां सन, रिकमेंडेशन दित्तियां सी। कोठारी कमीशन वल्लों दित्तियां सिफारिशां हेठां दित्तियां गईयां हन। मौजूदा सिक्ख्या प्रणाली विच नुक्स, ठीक है, की सी जी डिफेक्ट्स इन द एग्जिस्टिंग एजुकेशन सिस्टम, जो कि उस टाइम एजुकेशन चल रही सी, जो उस दे विच डिफेक्ट्स सीगे, सब तो पहला तां उस बारे कोठारी कमीशन ने आपां नूं दस्सिया सीगा, ठीक है। दूसरा, सिक्ख्या दे की उद्देश होने चाहिए ने, एम्स ऑफ द एजुकेशन। तीजा, मैथड ऑफ टीचिंग, सिक्ख्या दे ढंग, ठीक है, सिक्ख्या दे ढंग, मैथड्स ऑफ एजुकेशन। उस तो बाद इन्हां ने गल कीती सी जी पाठ पुस्तक लई। किस लई गल कीती सी? पाठ पुस्तक लई, ठीक है, टैक्सट बुक्स लई। उस तो बाद इन्हां ने रिकमेंडेशन दित्ती सी जी करिकुलम, पाठक्रम, ठीक है। सब तो पहला मौजूदा सिक्ख्या प्रणाली विच नुक्स, की डिफेक्ट्स ने एग्जिस्टिंग एजुकेशन सिस्टम दे विच, सिक्ख्या दे की उद्देश ने जी, एम्स ऑफ द एजुकेशन, सिखाउण दे ढंग, मैथड ऑफ टीचिंग, पाठ पुस्तक, टैक्सट बुक, पाठक्रम, करिकुलम, ठीक है। उस तो बाद विद्यक ढांचे अते म्यार, विद्यक ढांचे अते म्यार, एजुकेशनल स्ट्रक्चर्स एंड स्टैंडर्ड्स। उस तो बाद विद्यार्थियों की शरीरिक भलाई, फिजिकल वैलफेयर ऑफ स्टूडेंट्स। उस तो बाद औरतों की सिक्ख्या, एजुकेशन ऑफ वूमेन। दैन मार्गदर्शन अते सलाह, गाइडेंस एंड काउंसलिंग। उस तो बाद निगरानी अते निरीखण दियां समस्यावां, प्रॉब्लम्स ऑफ सुपरविजन एंड इंस्पैक्शन, ठीक है जी। ਇਹ ਆਪਣੀਆਂ ਪਹਿਲੀਆਂ 10 ਸਿਫਾਰਿਸ਼ਾਂ ਅੱਗੇ ਹੋਰ ਵੀ ਪੜ੍ਹਾ ਰਹੀਆਂ, ਪਹਿਲਾਂ ਇੱਕ ਵਾਰ ਇਹਨਾਂ ਨੂੰ ਦੁਬਾਰਾ ਆਪਾਂ ਰਿਵਾਈਜ਼ ਕਰਦੇ ਹਾਂ। ਕੋਠਾਰੀ ਕਮਿਸ਼ਨ 23 ਸਿਫਾਰਿਸ਼ਾਂ। ਕੋਠਾਰੀ ਕਮਿਸ਼ਨ ਨੇ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਨੂੰ ਸੁਧਾਰਨ ਲਈ 23 ਸਿਫਾਰਿਸ਼ਾਂ ਦਿੱਤੀਆਂ ਸਨ। ਕੋਠਾਰੀ ਕਮਿਸ਼ਨ ਵੱਲੋਂ ਦਿੱਤੀਆਂ ਸਿਫਾਰਿਸ਼ਾਂ ਹੇਠ ਦਿੱਤੀਆਂ ਗਈਆਂ ਹਨ, ਠੀਕ ਹੈ। ਸਭ ਤੋਂ ਪਹਿਲਾਂ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਨੁਕਸ, ਡਿਫੈਕਟਸ ਇਨ ਦ ਐਗਜ਼ਿਸਟਿੰਗ ਐਜੂਕੇਸ਼ਨ ਸਿਸਟਮ, कि ਜਿਹੜੇ कि डिफेक्ट्स ने सिक्ख्या प्रणाली ਦੇ ਵਿੱਚ ਨੁਕਸ ਸੀ ਉਹਨਾਂ ਬਾਰੇ ਰਿਕਮੈਂਡੇਸ਼ਨ ਦਿੱਤੀ। ਸਿੱਖਿਆ ਦੇ ਉਦੇਸ਼, ਕੀ ਏਮ ਹੋਣੇ ਚਾਹੀਦੇ ਐਜੂਕੇਸ਼ਨ ਦੇ, ਸਿਖਾਉਣ ਦੇ ਢੰਗ, ਮੈਥਡਸ ਆਫ ਟੀਚਿੰਗ। ਫਿਰ ਕੀ ਹੈ, ਪਾਠ ਪੁਸਤਕ, ਟੈਕਸਟ ਬੁੱਕਸ ਬਾਰੇ ਗੱਲ ਹੋਈ, ਪਾਠਕ੍ਰਮ, ਕਿਊਰੀਕੁਲਮ ਬਾਰੇ ਗੱਲ ਹੋਈ, ਵਿਦਿਅਕ ਢਾਂਚੇ ਅਤੇ ਮਿਆਰ, ਐਜੂਕੇਸ਼ਨਲ ਸਟਰਕਚਰਸ ਐਂਡ ਸਟੈਂਡਰਡਸ, ਵਿਦਿਆਰਥੀਆਂ ਦੀ ਸਰੀਰਕ ਭਲਾਈ, ਫਿਜ਼ੀਕਲ ਵੈਲਫੇਅਰ ਆਫ ਸਟੂਡੈਂਟਸ, औरतों की सिक्ख्या, एजुकेशन ऑफ वूमेन, मार्गदर्शन अते सलाह, गाइडेंस एंड काउंसलिंग। उस तो बाद निगरानी अते निरीखण दियां समस्यावां, प्रॉब्लम्स ऑफ सुपरविजन एंड इंस्पैक्शन। ਇਹਦੇ ਵਿੱਚ ਕੁਝ ਸਾਰਾ ਦੇਖੋ ਜਰਨਲ ਜੀ ਗੱਲ ਹੈ ਜੋ ਆਪਾਂ ਰੂਟੀਨ ਦੇ ਵਿੱਚ ਇਹ ਸਾਰਾ ਵਰਡਸ ਪੜ੍ਹਦੇ ਹਾਂ, ਠੀਕ ਹੈ। ਇਹਦੇ ਵਿੱਚ ਕੁਝ ਵੀ ਔਖਾ ਨਹੀਂ ਹੈ ਯਾਦ ਕਰਨਾ, ਬਹੁਤ ਹੀ ਆਰਾਮ ਨਾਲ ਕਰ ਲਓਗੇ ਤੁਸੀਂ ਸਾਰੇ, ਠੀਕ ਹੈ। उस तो बाद आ जाओ जी तीन भाषा फॉर्मूला, तीन भाषा फॉर्मूला, ठीक है। ये मैं दसूँगी अगे हैगा ये इसी लैक्चर के आ जाओ। तीन भाषा फॉर्मूला की होंगे, दूरी सिक्ख्या, डिस्टेंस एजुकेशन, ठीक है। चोनवे दाखले, सिलैक्टिव एडमिशन, वोकेशनल सिक्ख्या, वोकेशनल एजुकेशन, नैतिकता ते धर्म उत्ते सिक्ख्या, एजुकेशन ऑन मोराल्स एंड रिलीजन, यूनीवर्सिटी खुद मुख्तियारी, यूनीवर्सिटी ऑटोनोमी। उस तो बाद अध्यापक सिक्ख्या, टीचर एजुकेशन, ठीक है। इन्हों ने टोटल कितनी रिकमेंडेशन कीतियां सी, कोठारी कमीशन दियां कितनी रिकमेंडेशन सी जी, 23 रिकमेंडेशन सी। पहलियां 10 आपां पढ़ चुके हैं। नैक्सट देखो इस तो बाद इन्होंने होर की रिकमेंड किया, 3 लैंगुएज फॉर्मूला, डिस्टेंस एजुकेशन जो कि अजकल देखो किमें चल रही है ना, बंदा घरे बैठ के भी डिग्रीज कर सकता है। 3 भाषा फार्मूला हो गया, फिर दूरी सिक्ख्या हो गया, फिर की हो गया जी चोनवें दाखले, सिलैक्टिव एडमिशन, फिर की हो गया वोकेशनल सिक्ख्या, वोकेशनल एजुकेशन,
फिर की आया जी नैतिकता ਅਤੇ ਧਰਮ ਉੱਤੇ ਸਿੱਖਿਆ, ਐਜੂਕੇਸ਼ਨ ਔਨ ਮੋਰਲਸ ਐਂਡ ਰਿਲੀਜਨ। ਉਸ ਤੋਂ ਬਾਅਦ ਕੀ ਆਇਆ ਯੂਨੀਵਰਸਿਟੀ ਖੁਦ ਮੁਖਤਿਆਰੀ, ਯੂਨੀਵਰਸਿਟੀ ਆਟੋਨੋਮੀ। ਉਸ ਤੋਂ ਬਾਅਦ ਕੀ ਆਇਆ ਅਧਿਆਪਕ ਸਿੱਖਿਆ, ਟੀਚਰ ਐਜੂਕੇਸ਼ਨ। समझ गए? क्लियर है जी? किसी नू कोई भी किसी भी तरीके का डाउट? नैक्सट आ जाओ। इस तो बाद जी बालग सिक्ख्या, अडल्ट एजुकेशन। ठीक है, उस तो बाद बच्चे ਇਹਦੇ ਵਿੱਚ ਅੱਗੇ ਐਕਸਪਲੇਨੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈ ਆਪਾਂ ਨੂੰ, ਬਸ ਤੁਹਾਨੂੰ ਇੰਨਾ ਹੀ ਪਤਾ ਹੋਣਾ ਚਾਹੀਦਾ ਹੈ। ਵੈਸੇ ਮੈਂ ਬਹੁਤ ਜ਼ਿਆਦਾ ਤੁਹਾਨੂੰ ਡੀਪ ਦੇ ਵਿੱਚ ਕਰਵਾ ਰਹੀ ਹਾਂ, ਠੀਕ ਹੈ, ਤਾਂ ਕਿ ਤੁਹਾਡਾ ਕੋਈ ਵੀ ਕੁਐਸਚਨ ਉਤੇ ਰੁਕੇ ਨਾ, ਪਰ ਇਸ ਦੀ ਅੱਗੇ ਐਕਸਪਲੇਨੇਸ਼ਨ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ। ਠੀਕ ਹੈ, ਬਾਲਗ ਸਿੱਖਿਆ, ਅਡਲਟ ਐਜੂਕੇਸ਼ਨ। ਉਸ ਤੋਂ ਬਾਅਦ ਯੂਨੀਵਰਸਿਟੀ ਉਦੇਸ਼ ਅਤੇ ਕਾਰਜ, ਯੂਨੀਵਰਸਿਟੀ ਏਮਸ, ਆਬਜੈਕਟਿਵਸ ਤੇ ਫੰਕਸ਼ਨ। ਉਸ ਤੋਂ ਬਾਅਦ ਪ੍ਰਬੰਧਕੀ ਸਮੱਸਿਆਵਾਂ, ਐਡਮਿਨਿਸਟ੍ਰੇਟਿਵ ਪ੍ਰੋਬਲਮਸ। ਉਸ ਤੋਂ ਬਾਅਦ ਕੰਮ ਦਾ ਅਨੁਭਵ, ਵਰਕ ਐਕਸਪੀਰੀਅੰਸ। ਫਿਰ ਉੱਚ ਸਿੱਖਿਆ, ਦਾਖਲਾ, ਹਾਇਰ ਐਜੂਕੇਸ਼ਨ, ਐਨਰੋਲਮੈਂਟ। ਉਸ ਤੋਂ ਬਾਅਦ ਕੀ ਆ ਜਾਊਗਾ ਜੀ ਮੁਲਾਂਕਣ, ਇਵੈਲੂਏਸ਼ਨ। ਠੀਕ ਹੈ, ਬਾਲਗ ਸਿੱਖਿਆ, ਅਡਲਟ ਐਜੂਕੇਸ਼ਨ। ਉਸ ਤੋਂ ਬਾਅਦ ਯੂਨੀਵਰਸਿਟੀ ਉਦੇਸ਼ ਅਤੇ ਕਾਰਜ, ਯੂਨੀਵਰਸਿਟੀ ਏਮ, ਆਬਜੈਕਟਿਵ ਐਂਡ ਫੰਕਸ਼ਨਸ। ਉਸ ਤੋਂ ਬਾਅਦ ਕੀ ਹੈ ਜੀ ਪ੍ਰਬੰਧਕੀ ਸਮੱਸਿਆਵਾਂ, ਐਡਮਿਨਿਸਟ੍ਰੇਟਿਵ ਪ੍ਰੋਬਲਮਸ। ਉਸ ਤੋਂ ਬਾਅਦ ਵਰਕ ਐਕਸਪੀਰੀਅੰਸ, ਕੰਮ ਦਾ ਅਨੁਭਵ। ਉਸ ਤੋਂ ਬਾਅਦ ਉੱਚ ਸਿੱਖਿਆ, ਦਾਖਲਾ, ਹਾਇਰ ਐਜੂਕੇਸ਼ਨ, ਐਨਰੋਲਮੈਂਟ। ਉਸ ਤੋਂ ਬਾਅਦ ਮੁਲਾਂਕਣ, ਇਵੈਲੂਏਸ਼ਨ। ਸਮਝ ਕੇ ਕਿਸੇ ਵੀ ਤਰੀਕੇ ਦਾ ਕੋਈ ਵੀ ਡਾਊਟ ਹੋਵੇ ਬੱਚਿਓ ਤਾਂ ਪੁੱਛ ਸਕਦੇ ਹੋ। ਠੀਕ ਹੈ, ਇਹ 23 ਰਿਕਮੈਂਡੇਸ਼ਨ ਸੀਗੀਆਂ ਜੋ ਕਿ ਕੋਠਾਰੀ ਕਮਿਸ਼ਨ ਨੇ ਦਿੱਤੀਆਂ ਸੀ, ਇਹ 23 ਆਪਣੀਆਂ ਰਿਕਮੈਂਡੇਸ਼ਨਸ ਸੀਗੀਆਂ। ਠੀਕ ਹੈ, ਕਲੀਅਰ ਹੈ ਜੀ? ਅਡਲਟ ਐਜੂਕੇਸ਼ਨ, ਯੂਨੀਵਰਸਿਟੀ ਦੇ ਕੀ ਏਮਸ, ऑब्जेक्टिव्स ते की फंक्शन होने चाहिए, एडमिनिस्ट्रेटिव प्रॉब्लम्स। उस तो बाद वर्क एक्सपीरियंस, हायर एजुकेशन, एनरोलमेंट, मूल्यांकन, एवैल्यूएशन। ठीक है जी, अगे आ जाओ। हुण कोठारी कमीशन 1964-66 दियां महत्वपूर्ण सिफारिशां बारे संखेप वेरवा। ठीक है, मुफ्त अते लाजमी सिक्ख्या दा प्रबंध, इन्हां ने भी ਜਿਹੜਾ ਮਹੱਤਵਪੂਰਨ ਇਹਨਾਂ ਦੀਆਂ ਸਿਫਾਰਿਸ਼ਾਂ ਸੀ ਉਹਨਾਂ ਬਾਰੇ ਇੱਕ ਸੰਖਿਪਤ ਵੇਰਵਾ ਮੈਂ ਲੈ ਕੇ ਆਈ ਹਾਂ, ਸੰਖੇਪ ਵੇਰਵਾ ਲੈ ਕੇ ਆਈ ਹਾਂ। ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ। ਸਭ ਤੋਂ ਪਹਿਲਾਂ ਕੀ ਜੀ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ 6 ਤੋਂ 14 ਸਾਲ ਦੇ ਉਮਰ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਦੂਜਾ ਭਾਸ਼ਾਵਾਂ, ਕਮਿਸ਼ਨ ਨੇ ਰਾਜ ਪੱਧਰ ਤੇ 3 ਭਾਸ਼ਾਵਾਂ ਦਾ ਫਾਰਮੂਲਾ ਅਪਣਾਉਣ ਦੀ ਸਿਫਾਰਿਸ਼ ਕੀਤੀ। ਇਸ ਦਾ ਇਰਾਦਾ ਹਿੰਦੀ ਬੋਲਣ ਵਾਲੇ ਰਾਜਾਂ ਵਿੱਚ ਦੱਖਣੀ ਰਾਜਾਂ ਦੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਸੀ। ਇਹ ਗੈਰ ਹਿੰਦੀ ਬੋਲਣ ਵਾਲੇ ਰਾਜਾਂ ਵਿੱਚ ਹਿੰਦੀ, ਅੰਗਰੇਜ਼ੀ ਅਤੇ ਇੱਕ ਖੇਤਰੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦਾ ਇਰਾਦਾ ਸੀਗਾ। ਠੀਕ ਹੈ, ਜੋ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਅੱਗੇ ਹੈਗਾ 3 ਲੈਂਗੁਏਜ ਫਾਰਮੂਲਾ, ਉਹ ਹੁਣ ਦੇਖ ਲਓ ਜੀ ਕੀ ਹੈ। ਕੋਠਾਰੀ ਕਮਿਸ਼ਨ 1964-66 ਦੀਆਂ ਜਿਹੜੀਆਂ ਮਹੱਤਵਪੂਰਨ ਸਿਫਾਰਿਸ਼ਾਂ ਸੀ ਉਹਨਾਂ ਦਾ ਇੱਕ ਛੋਟਾ ਜਿਹਾ ਸੰਖੇਪ ਵੇਰਵਾ ਹੈ ਜੀ। ਸਭ ਤੋਂ ਪਹਿਲਾਂ ਕੀ ਸੀ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ। ਠੀਕ ਹੈ, ਮੁਫਤ ਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਕਿੰਨੇ ਤੋਂ ਕਿੰਨੇ ਤੱਕ 6 ਤੋਂ 14 ਸਾਲ ਦੇ ਉਮਰ ਦੇ ਬੱਚਿਆਂ ਲਈ। ਠੀਕ ਹੈ, 6 ਤੋਂ 14 ਸਾਲ ਦੇ ਉਮਰ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਠੀਕ ਹੈ, ਉਮਰ ਦੇ ਬੱਚਿਆਂ ਲਈ ਮੁਫਤ ਅਤੇ ਲਾਜ਼ਮੀ ਸਿੱਖਿਆ ਪ੍ਰਦਾਨ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਭਾਸ਼ਾਵਾਂ, ਕਮਿਸ਼ਨ ਨੇ ਰਾਜ ਪੱਧਰ ਉੱਤੇ 3 ਭਾਸ਼ਾਵਾਂ ਦਾ ਫਾਰਮੂਲਾ ਅਪਣਾਉਣ ਦੀ ਸਿਫਾਰਿਸ਼ ਕੀਤੀ। ਕਮਿਸ਼ਨ ਨੇ ਕੀ ਕੀਤਾ ਜੀ ਰਾਜ ਪੱਧਰ ਉੱਤੇ 3 ਭਾਸ਼ਾਵਾਂ ਦਾ ਫਾਰਮੂਲਾ ਅਪਣਾਉਣ ਦੀ ਸਿਫਾਰਿਸ਼ ਕੀਤੀ। ਇਸ ਦਾ ਇਰਾਦਾ ਕੀ ਸੀ ਹਿੰਦੀ ਬੋਲਣ ਵਾਲੇ ਰਾਜਾਂ ਵਿੱਚ ਦੱਖਣੀ ਰਾਜਾਂ ਦੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਸੀ। ਠੀਕ ਹੈ, ਕੀ ਇਰਾਦਾ ਸੀ ਜਿਹੜੇ ਹਿੰਦੀ ਬੋਲਣ ਵਾਲੇ ਰਾਜ ਸੀ ਉਹਨਾਂ ਵਿੱਚ ਦੱਖਣੀ ਰਾਜਾਂ ਦੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਸੀ। ਇਹ ਗੈਰ ਹਿੰਦੀ ਬੋਲਣ ਵਾਲੇ ਰਾਜਾਂ ਵਿੱਚ ਹਿੰਦੀ, ਅੰਗਰੇਜ਼ੀ ਅਤੇ ਇੱਕ ਖੇਤਰੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਦਾ ਇਰਾਦਾ ਸੀ। ਠੀਕ ਹੈ, ਇੱਕ ਹਿੰਦੀ ਤੇ ਇੱਕ ਅੰਗਰੇਜ਼ੀ ਤੇ ਇੱਕ ਜੋ ਉਹਨਾਂ ਦੀ ਆਪਣੀ ਲੈਂਗੁਏਜ ਹੈ ਉਹਨੂੰ ਉਤਸ਼ਾਹਿਤ ਕਰਨ ਦਾ ਇਰਾਦਾ ਸੀ। ਜਿਵੇਂ ਕਿ ਪੰਜਾਬ ਦੇ ਵਿੱਚ ਪੰਜਾਬੀ ਹੋ ਗਈ, ਐਵੇਂ ਹੀ ਖੇਤਰੀ ਭਾਸ਼ਾ ਜੋ ਵੀ ਸੀ ਉਹਨੂੰ ਉਤਸ਼ਾਹਿਤ ਕਰਨ ਦਾ ਕੀ ਸੀ ਜੀ ਇਰਾਦਾ ਸੀਗਾ। ਠੀਕ ਹੈ, ਨੈਕਸਟ ਆ ਜੋ ਕੋਠਾਰੀ ਕਮਿਸ਼ਨ ਨੇ ਖੇਤਰੀ ਭਾਸ਼ਾਵਾਂ, ਸੰਸਕ੍ਰਿਤ ਦੇ ਨਾਲ ਨਾਲ ਅੰਤਰਰਾਸ਼ਟਰੀ ਭਾਸ਼ਾਵਾਂ
ਤਰਜੀਹੀ ਤੌਰ ਉੱਤੇ ਅੰਗਰੇਜ਼ੀ ਨੂੰ ਉਤਸ਼ਾਹਿਤ ਕਰਨ ਦੀ ਸਿਫਾਰਿਸ਼ ਕੀਤੀ ਸੀ। ਕੋਠਾਰੀ ਕਮਿਸ਼ਨ ਨੇ ਕੀ ਕੀਤਾ ਜੀ, ਖੇਤਰੀ ਭਾਸ਼ਾਵਾਂ ਜੋ ਜਿਵੇਂ ਕਿ ਸੰਸਕ੍ਰਿਤ ਦੇ ਨਾਲ ਅੰਤਰਰਾਸ਼ਟਰੀ ਭਾਸ਼ਾਵਾਂ ਜੋ ਕਿ ਇੰਟਰਨੈਸ਼ਨਲ ਲੈਂਗੁਏਜਿਸ ਹੈ ਜਿਵੇਂ ਕਿ ਇੰਗਲਿਸ਼, ਠੀਕ ਹੈ, ਤਰਜੀਹੀ ਤੌਰ ਉੱਤੇ ਅੰਗਰੇਜ਼ੀ ਨੂੰ ਉਤਸ਼ਾਹਿਤ ਕਰਨ ਦੀ ਵੀ ਸਿਫਾਰਿਸ਼ ਕੀਤੀ ਸੀ। ਕੋਠਾਰੀ ਕਮਿਸ਼ਨ ਨੇ ਅਧਿਆਪਕਾਂ ਲਈ ਅਨੁਕੂਲ ਅਤੇ ਢੁਕਵੀਂ ਸੇਵਾ ਸ਼ਰਤਾਂ ਪ੍ਰਦਾਨ ਕਰਨ ਅਤੇ ਉਹਨਾਂ ਖੋਜਾਂ ਨੂੰ ਸੰਚਾਲਿਤ ਕਰਨ ਅਤੇ ਪ੍ਰਕਾਸ਼ਿਤ ਕਰਨ ਦੀ ਲੋੜੀਂਦੀ ਆਜ਼ਾਦੀ ਪ੍ਰਦਾਨ ਕਰਨ ਦੀ ਸਿਫਾਰਿਸ਼ ਕੀਤੀ। ਉਸ ਤੋਂ ਬਾਅਦ ਪੰਜਵਾਂ, ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨ ਲਈ ਕੋਠਾਰੀ ਕਮਿਸ਼ਨ ਨੇ ਲੜਕੀਆਂ ਦੀਆਂ ਸਿੱਖਿਆ, ਪਿਛੜੀਆਂ ਸ਼੍ਰੇਣੀਆਂ ਦੀਆਂ ਸਿੱਖਿਆ, ਕਾਬਿਲਿਆਂ ਲੋਕਾਂ ਦੀਆਂ ਸਿੱਖਿਆ, ਸਰੀਰਕ ਅਤੇ ਮਾਨਸਿਕ ਤੌਰ ਉੱਤੇ ਅਪਾਹਿਜ ਬੱਚਿਆਂ ਉੱਤੇ ਧਿਆਨ ਕੇਂਦਰਿਤ ਕੀਤਾ। ਠੀਕ ਹੈ, ਸਭ ਤੋਂ ਪਹਿਲਾਂ ਜੀ ਕੀ ਕੀਤਾ, ਕੋਠਾਰੀ ਕਮਿਸ਼ਨ ਨੇ ਖੇਤਰੀ ਭਾਸ਼ਾਵਾਂ ਦੇ ਨਾਲ ਸੰਸਕ੍ਰਿਤ ਦੇ ਨਾਲ ਜਿਹੜੀ ਅੰਤਰਰਾਸ਼ਟਰੀ ਭਾਸ਼ਾਵਾਂ ਨੇ ਤਰਜੀਹੀ ਤੌਰ ਉੱਤੇ ਅੰਗਰੇਜ਼ੀ ਨੂੰ ਉਤਸ਼ਾਹਿਤ ਕਰਨ ਦੀ ਸਿਫਾਰਿਸ਼ ਕੀਤੀ ਸੀ। ਕੋਠਾਰੀ ਕਮਿਸ਼ਨ ਨੇ ਖੇਤਰੀ ਭਾਸ਼ਾਵਾਂ, ਠੀਕ ਹੈ, ਜੋ ਕਿ ਖੇਤਰ ਦੀ ਭਾਸ਼ਾ ਹੈ, ਸੰਸਕ੍ਰਿਤ ਦੇ ਨਾਲ ਅੰਤਰਰਾਸ਼ਟਰੀ ਭਾਸ਼ਾਵਾਂ ਤਰਜੀਹੀ ਤੌਰ ਉੱਤੇ ਅੰਗਰੇਜ਼ੀ ਨੂੰ ਉਤਸ਼ਾਹਿਤ ਕਰਨ ਦੀ ਸਿਫਾਰਿਸ਼ ਕੀਤੀ ਸੀ। ਕੋਠਾਰੀ ਕਮਿਸ਼ਨ ਨੇ ਅਧਿਆਪਕਾਂ ਲਈ, ਠੀਕ ਹੈ, ਕੋਠਾਰੀ ਕਮਿਸ਼ਨ ਨੇ ਅਧਿਆਪਕਾਂ ਲਈ ਵੀ ਅਨੁਕੂਲ ਤੇ ਢੁਕਵੀਂ ਸੇਵਾ ਸ਼ਰਤਾਂ ਪ੍ਰਦਾਨ ਕਰਨ ਅਤੇ ਉਹਨਾਂ ਖੋਜਾਂ ਨੂੰ ਸੰਚਾਲਿਤ ਅਤੇ ਪ੍ਰਕਾਸ਼ਿਤ ਕਰਨ ਦੀ ਲੋੜੀਂਦੀ ਆਜ਼ਾਦੀ ਪ੍ਰਦਾਨ ਕਰਨ ਦੀ ਸਿਫਾਰਿਸ਼ ਕੀਤੀ ਸੀ। ਉਸ ਤੋਂ ਬਾਅਦ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨ ਲਈ, ਠੀਕ ਹੈ, ਸਮਾਜਿਕ ਸੋਸ਼ਲ ਜਸਟਿਸ ਨੂੰ ਉਤਸ਼ਾਹਿਤ ਕਰਨ ਲਈ ਕੋਠਾਰੀ ਕਮਿਸ਼ਨ ਨੇ ਗਰਲ ਐਜੂਕੇਸ਼ਨ ਜੋ ਕਿ ਪਿਛੜੀਆਂ ਸ਼੍ਰੇਣੀਆਂ ਦੀ ਸਿੱਖਿਆ ਸੀ, ਜੋ ਕਿ ਕਾਬਿਲਿਆਂ ਲੋਕਾਂ ਦੀ ਸਿੱਖਿਆ ਸੀ, ਠੀਕ ਹੈ, ਸਰੀਰਕ ਤੇ ਮਾਨਸਿਕ ਤੌਰ ਉੱਤੇ ਅਪਾਹਿਜ ਬੱਚਿਆਂ ਉੱਤੇ ਵੀ ਧਿਆਨ ਕੇਂਦਰਿਤ ਕਰਨ ਲਈ ਕਿਹਾ ਗਿਆ ਸੀ ਜਾਂ ਧਿਆਨ ਕੇਂਦਰਿਤ ਕੀਤਾ ਸੀ ਇਸ ਕਮਿਸ਼ਨ ਨੇ। ਠੀਕ ਹੈ ਜੀ, ਨੈਕਸਟ ਆ ਜਾਓ। ਕਿਉਂਕਿ ਵਿਗਿਆਨ ਅਤੇ ਗਣਿਤ ਕਿਸੇ ਵੀ ਦੇਸ਼ ਦੇ ਵਿਕਾਸ ਦਾ ਅਨਿੱਖੜਵਾਂ ਅੰਗ ਹਨ, ਕੋਠਾਰੀ ਕਮਿਸ਼ਨ ਨੇ ਗਣਿਤ ਅਤੇ ਵਿਗਿਆਨ ਨੂੰ ਸਿੱਖਿਆ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਸਿਫਾਰਿਸ਼ ਕੀਤੀ। ਠੀਕ ਹੈ, ਸਾਇੰਸ ਤੇ ਮੈਥ ਹਰ ਇੱਕ ਕੰਟਰੀ ਦੇ ਇੰਪੋਰਟੈਂਟ ਪਾਰਟਸ ਨੇ, ਤਾਂ ਕੋਠਾਰੀ ਕਮਿਸ਼ਨ ਨੇ ਇਹ ਦੋ ਸਬਜੈਕਟਸ ਦੀ ਐਜੂਕੇਸ਼ਨ ਲਈ ਵੀ ਸਿਫਾਰਿਸ਼ ਕੀਤੀ। ਕਮਿਸ਼ਨ ਨੇ ਪੋਸਟ ਗ੍ਰੈਜੂਏਟ ਪੱਧਰ ਦੀ ਖੋਜ, ਸਿਖਲਾਈ, ਲੋੜੀਂਦੀਆਂ ਲਾਇਬ੍ਰੇਰੀਆਂ, ਪ੍ਰਯੋਗਸ਼ਾਲਾਵਾਂ ਅਤੇ ਫੰਡ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਧਿਆਨ ਦੇ ਕੇ ਯੂਨੀਵਰਸਿਟੀ ਪੱਧਰ ਉੱਤੇ ਸਿੱਖਿਆ ਸੁਧਾਰਾਂ ਦੀ ਵੀ ਸਿਫਾਰਿਸ਼ ਕੀਤੀ। ਠੀਕ ਹੈ, ਹੁਣ ਇਹਨਾਂ ਨੇ ਕੀ ਕਿਹਾ ਜੀ ਕਿ ਵਿਗਿਆਨ ਅਤੇ ਗਣਿਤ ਕਿਸੇ ਵੀ ਦੇਸ਼ ਦੇ ਵਿਕਾਸ ਦਾ ਅਨਿੱਖੜਵਾਂ ਅੰਗ ਹਨ। ਠੀਕ ਹੈ, ਕੋਠਾਰੀ ਕਮਿਸ਼ਨ ਨੇ ਗਣਿਤ ਅਤੇ ਵਿਗਿਆਨ ਨੂੰ ਸਿੱਖਿਆ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਸਿਫਾਰਿਸ਼ ਕੀਤੀ ਸੀ। ਉਸ ਤੋਂ ਬਾਅਦ ਕਮਿਸ਼ਨ ਨੇ ਪੋਸਟ ਗ੍ਰੈਜੂਏਟ ਪੱਧਰ ਦੀ ਖੋਜ, ਸਿਖਲਾਈ, ਲੋੜੀਂਦੀ ਲਾਇਬ੍ਰੇਰੀਆਂ, ਪ੍ਰਯੋਗਸ਼ਾਲਾਵਾਂ ਅਤੇ ਫੰਡ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦੇ ਕੇ, ਠੀਕ ਹੈ, ਪੋਸਟ ਗ੍ਰੈਜੂਏਸ਼ਨ ਪੱਧਰ ਦੀ ਜਿਹੜੀ ਖੋਜ ਸਿਖਲਾਈ ਹੋ ਗਈ, ਲੋੜੀਂਦੀਆਂ ਲਾਇਬ੍ਰੇਰੀਆਂ ਹੋ ਗਈਆਂ, ਪ੍ਰਯੋਗਸ਼ਾਲਾਵਾਂ ਹੋ ਗਈਆਂ, ਫੰਡ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦੇ ਕੇ ਯੂਨੀਵਰਸਿਟੀ ਪੱਧਰ ਉੱਤੇ ਸਿੱਖਿਆ ਨੂੰ ਸੁਧਾਰਾਂ ਦੀ ਵੀ ਸਿਫਾਰਿਸ਼ ਕੀਤੀ ਸੀ। ਕਲੀਅਰ ਹੈ ਜੀ, ਇਹ ਕੀ ਸੀ ਜੋ ਕੋਠਾਰੀ ਕਮਿਸ਼ਨ ਦੀਆਂ ਰਿਕਮੈਂਡੇਸ਼ਨ ਸੀਗੀਆਂ, ਉਹਦੀ ਇੱਕ ਮੈਂ ਸਮਰੀ ਲੈ ਕੇ ਆਈ ਸੀ ਤੁਹਾਡੇ ਲਈ ਤਾਂ ਕਿ ਤੁਹਾਨੂੰ ਪੜ੍ਹਨ ਦੇ ਵਿੱਚ ਦਿੱਕਤ ਨਾ ਆਵੇ। 23 ਜੋ ਰਿਕਮੈਂਡੇਸ਼ਨਸ ਹੈ ਉਹ ਤਾਂ ਤੁਸੀਂ ਕਰਨੀਆਂ ਹੀ ਕਰਨੀਆਂ ਹੈ। ਜਿਹੜੀਆਂ ਇਹ 7 ਮੈਂ ਕਰਵਾਈਆਂ ਇਹ ਕੋਠਾਰੀ ਕਮਿਸ਼ਨ ਦੀਆਂ ਸੰਖੇਪ ਰਿਕਮੈਂਡੇਸ਼ਨਸ ਨੇ। ਠੀਕ ਹੈ ਜੀ, ਇਹ ਲੈਕਚਰ ਨੂੰ ਬਹੁਤ ਹੀ ਅੱਛੀ ਤਰ੍ਹਾਂ ਤੁਸੀਂ ਆਪਣਾ ਲਰਨ ਕਰ ਲਓ, ਆਪਣੇ ਨੋਟਸ ਬਣਾ ਲਓ। ਆਪਾਂ ਨੈਕਸਟ ਕੱਲ ਵਾਲੇ ਲੈਕਚਰ ਦੇ ਵਿੱਚ ਕੀ ਕਰਾਂਗੇ ਜੀ, ਆਪਾਂ ਕਰਾਂਗੇ ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਨਤੀਜੇ। ਕੋਠਾਰੀ ਕਮਿਸ਼ਨ ਨੇ ਜੋ ਸਿਫਾਰਸ਼ਾਂ ਕੀਤੀਆਂ ਸੀ ਉਹਦੇ ਕੀ ਨਤੀਜੇ ਨਿਕਲੇ ਫਿਰ। ਠੀਕ ਹੈ, ਕੋਠਾਰੀ ਕਮਿਸ਼ਨ ਦੀਆਂ ਜੋ ਸਿਫਾਰਸ਼ਾਂ ਸੀ, ਰਿਕਮੈਂਡੇਸ਼ਨ ਸੀ, ਉਹਦੇ ਕੀ ਰਿਜ਼ਲਟਸ ਆਏ, ਰਿਜ਼ਲਟਸ ਆਫ ਕੋਠਾਰੀ ਕਮਿਸ਼ਨ। ਠੀਕ ਹੈ, ਰਿਜ਼ਲਟਸ ਆਫ ਰਿਕਮੈਂਡੇਸ਼ਨਸ ਆਫ ਕੋਠਾਰੀ ਕਮਿਸ਼ਨ ਉਹ ਆਪਾਂ ਕਰਾਂਗੇ। ਸਟੂਡੈਂਟਸ ਕਲਾਸ ਦੇ ਵਿੱਚ ਪੂਰੇ ਟਾਈਮ ਨਾਲ ਆ ਜਿਆ ਕਰੋ। ਠੀਕ ਹੈ, ਵਿਸ਼ਵਾਸ ਕਰਕੇ ਕਲਾਸਿਸ ਲਗਾਓ। ਠੀਕ ਹੈ, ਦੇਖੋ ਤੁਹਾਨੂੰ ਮੈਂ ਪ੍ਰੈਕਟਿਸ ਸੈੱਟ ਜੋ ਕਰਵਾ ਰਹੀ ਹਾਂ, ਠੀਕ ਹੈ, 15 ਕੁਐਸਚਨ ਕਰਵਾਏ ਸੀ ਕੰਪਿਊਟਰ ਦੇ। ਪਟਵਾਰੀ ਦੇ ਐਗਜ਼ਾਮ ਜੋ ਵੀ ਦੇਣ ਗਿਆ ਹੋਊਗਾ ਚੈੱਕ ਕਰ ਲਿਓ ਜੀ, 15 ਦੇ ਵਿੱਚੋਂ 2 ਕੁਐਸਚਨ ਆਪਣੇ ਕਰਵਾਏ ਹੋਏ ਆ ਗਏ ਸੀ।
ਹਲੇ ਸਿਰਫ 15 ਕੁਐਸਚਨ ਹੀ ਕਰਵਾਏ ਸੀ, 15 ਚੋਂ 2 ਆਪਣੇ ਆ ਗਏ ਸੀ। ਅਗਰ ਆਪਾਂ ਪਹਿਲਾਂ ਮਤਲਬ ਹੋਰ ਕਰਵਾਉਂਦੇ ਤਾਂ ਹੋਰ ਵੀ ਕੁਐਸਚਨਸ ਆਪਣੇ ਆ ਜਾਂਦੇ ਕਰਵਾਏ ਹੋਏ। ਠੀਕ ਹੈ, ਤਾਂ ਸਾਰੀਆਂ ਚੀਜ਼ਾਂ ਪੜ੍ਹੋ ਤੁਸੀਂ, ਬਹੁਤ ਹੀ ਧਿਆਨ ਨਾਲ ਕਰੋ। ਠੀਕ ਹੈ, ਮਿਲਦੇ ਹਾਂ ਆਪਾਂ ਨੈਕਸਟ ਕਲਾਸ ਦੇ ਵਿੱਚ। ਓਕੇ ਸਟੂਡੈਂਟਸ, ਪੜ੍ਹਦੇ ਰਹੋ ਆਪਣਾ ਧਿਆਨ ਦੇ ਨਾਲ। ਠੀਕ ਹੈ।